सरकार ना आपदे टाइम तो पहले ही ऑलरेडी भज चुकी है। 3 महीने का समा लिया सरकार, उस तो बदल गई। फिर उस तो बाद 15 दिन का हफ्ते का समा मंगया, 15 दिन का दिता सरकार, उस तो ही भज गई। फिर कैबिनेट मिनिस्टर आते हैं, स्पीकर साहब आते, होर MLA आते हैं मौजूदा इतों के सिटिंग, वो आके 6 महीने का समा मंगते हैं। तो आपां नूं पता भी उन्होंने उतों ही भज जाना। ਜਿਹੜਾ ਸਮਾਂ ਉਹ ਦੇਣਗੇ, ਅਸੀਂ ਆ ਟੈਂਟ ਨਹੀਂ ਪੱਟਣੇ। ਹੁਣ ਪਹਿਲਾਂ ਉਹ ਆ ਕੇ ਉਹ ਟੈਂਟ ਪਟਾ ਜਾਂਦੇ ਰਹੇ ਆ, ਹੁਣ ਇਹ ਟੈਂਟ ਨਿਰੰਤਰ ਇੱਥੇ ਬਣੇ ਰਹਿਣਗੇ। ਜੇ ਉਹ ਸਮੇਂ ਤੋਂ ਭੱਜਦੇ ਨੇ ਤਾਂ ਇਹ ਟੈਂਟ ਅਗਲੇ ਰੋਡ ਤੇ ਵੀ ਚਲੇ ਜਾਣਗੇ। ਅੱਜ 92 ਆ, ਫਿਰ 2ਵੇ ਰੋਡ ਬੰਦ ਹੋ ਜਾਊਗਾ। ਉਸ ਤੋਂ ਬਾਅਦ ਜਦ ਫਿਰ ਸਮਾਂ ਦਿਓ, ਫਿਰ ਉਹ ਭੱਜਦੇ ਨੇ। ਤਾਂ ਮੈਂ ਕਿਹਾ ਵੀ ਦੂਜੀ ਡਿਮਾਂਡ ਆਪਣੀ, ਜਿਹੜੀ ਦੂਜਾ ਆਪਣਾ ਐਕਸ਼ਨ ਹੋਣਾ ਚਾਹੀਦਾ, ਉਹ ਇਹ ਹੋਣਾ ਚਾਹੀਦਾ ਵੀ ਮਾਝੇ ਤੇ ਮਾਲਵੇ ਦਾ ਜਿੱਥੇ ਕਨੈਕਸ਼ਨ ਬਣਦਾ ਵਾ ਹੈਡ ਦਰਿਆ, ਉੱਥੇ ਸਾਰੀਆਂ ਜਥੇਬੰਦੀਆਂ ਮੱਝ ਦੀਆਂ ਇਕੱਠੀਆਂ ਹੋ ਕੇ ਉਹਦਾ ਕਨੈਕਸ਼ਨ ਤੋੜਨ। सरकार 92 ਵੇਲੇ 24 ਘੰਟੇ ਦਾ ਅਲਟੀਮੇਟਮ ਦਿੱਤਾ ਜਾਂਦਾ ਵੀ 24 ਘੰਟੇ ਦੇ ਵਿੱਚ। ਕੇਜਰੀਵਾਲ ਸਾਹਿਬ ਕਹਿੰਦੇ ਨੇ ਔਨ ਰਿਕਾਰਡ ਤੁਹਾਡੇ ਚੈਨਲਾਂ ਦੇ ਉੱਤੇ ਪਿਆ ਕਿ 24 ਘੰਟੇ। ਕੀ ਅੱਜ ਉਹ 24 ਮਹੀਨਿਆਂ ਬਾਅਦ ਵੀ ਨਹੀਂ? ਅੱਜ ਤੁਸੀਂ ਵੇਖੋ ਕਿੰਨੇ 6 ਮਹੀਨੇ ਹੋ ਗਏ। 6 ਮਹੀਨੇ ਨੂੰ ਬੈਠੇ ਨੂੰ ਹੋ ਗਏ, 6 ਹੋਰ ਮੰਗੀ ਜਾਂਦੇ ਨੇ। ਇਹ ਤਾਂ ਨਾਇਨਸਾਫੀ ਹੈ ਨਾ। ਇਹ ਤਾਂ ਹੋ ਗਿਆ ਵੀ ਇਨਸਾਫ ਦੇਣਾ ਨਹੀਂ। ਇਹ ਜੀ ਉਹਨਾਂ ਨੇ ਚੱਕ ਕੇ ਜਿਹੜਾ ਆਪਣਾ ਡੇਰਾ ਸਰਸਾ ਦਾ ਉਪਾਸ਼ਕ ਲਾਤਾ। ਇਹ ਤਾਂ ਸਾਡੇ ਜ਼ਖਮ ਨੂੰ ਚੀੜਿਆ ਜਾਂਦਾ, ਨਾ ਕਿ ਉਹਦੇ ਤੇ ਮਲਮ ਲਾਉਣ ਦੀ ਗੱਲ ਆ। VC ਵਾਲਾ ਮਾਮਲਾ, ਉੱਥੇ ਸਾਰੀਆਂ ਸਰਕਾਰਾਂ ਨੇ ਪੂਰੀ ਇੱਕ ਉਹਨੂੰ ਪੋਲੀਟੀਕਲ ਬਣਾਤਾ। ਉਹਦੇ ਵਿੱਚ ਕੀ, ਉਹਦੇ ਜਾ ਕੇ ਪੈਰੀ ਹੱਥ ਲਾਈ ਜਾਂਦੇ ਨੇ। ਠੀਕ ਆ, ਉਹ ਨਹੀਂ ਹੋਣਾ ਚਾਹੀਦਾ, ਪਰ ਉੱਥੇ ਸਰਕਾਰਾਂ ਦੀ ਜਾਗ ਖੁੱਲ ਜਾਂਦੀ 5 ਮਿੰਟ ਦੇ ਵਿੱਚ। ਇੱਥੇ ਆ ਕੇ ਜਾਗ ਨਹੀਂ ਖੁੱਲਦੀ। ਇਹ ਵੀ ਨਹੀਂ ਹੈਗਾ ਵੀ ਇੱਥੇ ਵੀ ਬਹੁਤ ਸ਼ੁਰੂ ਤੋਂ ਕੰਮ ਕਰਨਾ ਪੈਣਾ। ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਵਰਕ ਕੀਤਾ ਹੋਇਆ, ਇਹਨਾਂ ਦੀ ਸਰਕਾਰ ਦੇ MLA ਉਹਨਾਂ ਦੀ ਰਿਪੋਰਟ ਦੇ ਮੁਤਾਬਕ ਕਾਰਵਾਈ ਕਰ ਦੇਣ, ਜਾਂ ਆਪਣੇ MLA ਤੇ ਹੀ ਭਰੋਸਾ ਨਹੀਂ। ਬਾਈ ਦੀਪ ਸਿੱਧੂ ਮੋਰਚੇ ਦੇ ਵਿੱਚ ਜਦੋਂ ਪਹਿਲੀ ਵਾਰ ਆਏ, ਇੱਕੋ ਵਾਰ ਕੋਈ ਆਏ ਉਹ, ਤਾਂ ਇੱਥੇ ਇੱਕ ਰਿਪੋਰਟਰ ਨੇ ਪੁੱਛਿਆ ਉਹਨਾਂ ਨੂੰ, ਪੱਤਰਕਾਰ ਵੀਰ ਨੇ ਪੁੱਛਿਆ ਕਿ ਬਾਈ ਜੀ ਤੁਸੀਂ ਮੋਰਚੇ ਦਾ ਸਮਰਥਨ ਕਰਨ ਆਏ ਹੋ? ਤਾਂ ਉਸ ਦਿਨ ਜਿਹੜੀ ਬਾਈ ਨੇ ਗੱਲ ਕਹੀ ਮੈਨੂੰ ਅੱਜ ਵੀ ਯਾਦ ਆ। ਬਾਈ ਕਹਿੰਦਾ ਸੀ ਵੀ ਨਹੀਂ, ਇਹ ਕਾਤਲ ਨੇ ਸਾਡੇ, ਇਹਨਾਂ ਨੇ ਕਦੇ ਇਨਸਾਫ ਨਹੀਂ ਦੇਣਾ। ਖਾਲਸਾਈ ਰਵਾਇਤਾਂ ਮੁਤਾਬਕ ਆਪਦਾ ਅੱਗਾ ਆਪ ਸਵਾਰਨਾ ਪੈਣਾ। ਭਾਈ ਇੱਕ ਗੱਲ ਦੇਖੀ, ਆਪਾਂ 70 ਸਾਲਾਂ ਤੋਂ ਆਪਾਂ ਕਹਿੰਦੇ ਲੁੱਟ ਹੁੰਦੇ ਆ ਰਹੇ ਆ। ਕਦੇ ਆਮ ਉਹ ਅਕਾਲੀ ਆ ਗਏ, ਕਦੇ ਕਾਂਗਰਸੀ ਆ ਗਏ। ਉਹਨਾਂ ਨੇ ਕੁਰਸੀਆਂ ਦਾ ਸਵਾਦ ਪੈ ਗਿਆ। ਜਦੋਂ ਕੁਰਸੀ ਦਾ ਸਵਾਦ ਪੈ ਜੇ ਤਾਂ ਰੱਬ ਭੁੱਲ ਜਾਂਦਾ। ਇਹ ਤਾਂ ਪਹਿਲੀ ਵਾਰ ਵਾਲੇ ਆ, ਇਹਨਾਂ ਨੂੰ ਰੱਬ ਕਿਵੇਂ ਭੁੱਲ ਗਿਆ ਫਿਰ? ਅੱਜ ਦੀ ਘੜੀ ਜੇ 92 ਚੋਂ ਇੱਕ ਬੋਲਦਾ ਤਾਂ ਉਹਦੀ ਬਲੀ ਦੇ ਦਿੱਤੀ ਜਾਊਗੀ। ਤਾਂ ਸਾਰਿਆਂ ਨੂੰ ਚਿੱਠੀਆਂ ਲਿਖ ਕੇ ਭੇਜੋ, 92 ਦੀਆਂ 92, ਇੱਕ ਨੂੰ ਛੱਡ ਕੇ 91 ਨੂੰ ਲਿਖੋ ਕਿ ਵੀ ਤੁਸੀਂ ਦੱਸੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਗੁਰੂ ਮੰਨਦੇ ਆ। ਜੇ ਮੰਨਦੇ ਆ, ਥੋੜੀ ਜ਼ਮੀਰ ਜਾਗਦੀ ਆ। ਜੇ ਜਾਗਦੀ ਆ ਤਾਂ ਫਿਰ ਤੁਸੀਂ ਇਸ ਗੱਲ ਦੇ ਉੱਤੇ ਸਰਕਾਰ ਨੂੰ ਆਪਦੀ ਨੂੰ ਸਵਾਲ ਕਰੋ, ਤੇ ਨਹੀਂ ਤੇ ਉਹਦੇ ਖਿਲਾਫ ਖੜੋ। ਜੇ ਕੱਲਾ ਭਗਵੰਤ ਮਾਨ, ਜੇ ਉਹਦੇ ਨਾਲ 10 ਬੰਦੇ ਪਿੱਛੇ ਵੀ ਖੜਦੇ ਨੇ ਤਾਂ ਗੱਲ ਨਾਟਾਂ ਤੇ ਖੜੀ ਆ। 69 ਬੰਦੇ ਇਕੱਠੇ ਹੋ ਕੇ ਸਰਕਾਰ ਡੇਗ ਸਕਦੇ ਨੇ। ਕੀ ਉਹਨਾਂ ਦੀ ਜ਼ਮੀਰ ਇੰਨਾ ਵੀ ਹਲੂਣਾ ਨਹੀਂ ਦਿੰਦੀ ਕਿ ਵੀ ਉਹ 69 ਜਾਣੇ ਇੱਕ ਤਾਂ ਹੋ ਜਾਣ? ਇੰਨੀ ਮੱਤ ਵੀ ਇਕੱਠੀ ਨਹੀਂ ਹੋ ਸਕਦੀ ਸਾਡੀ। ਮਿਨਿਸਟਰੀ ਤੋਂ ਬਿਨਾ, ਹੋਮ ਮਿਨਿਸਟਰ ਤੋਂ ਬਿਨਾ ਦੱਸੋ ਮੈਨੂੰ DGP ਆਪਦੀ ਮਰਜ਼ੀ ਕਰ ਸਕਦਾ? ਆਪਾਂ ਸਭ ਸਿਆਣੇ ਆ, ਸਭ ਇੰਨੇ ਕੁ ਜਾਣਦੇ ਆ ਕਿ ਵੀ DGP ਆਪਦੀ ਮਰਜ਼ੀ ਨਾਲ ਗੋਲੀ ਨਹੀਂ ਚਲਾ ਸਕਦਾ ਹੁੰਦਾ। ਉਹਨੂੰ ਹੋਮ ਮਿਨਿਸਟਰੀ ਤੋਂ ਉੱਤੋਂ ਆਰਡਰ ਆਉਣਾ। ਤੇ ਹੋਮ ਮਿਨਿਸਟਰ ਕੌਣ ਉਸ ਵੇਲੇ ਦਾ? ਸੁਖਬੀਰ ਸਿੰਘ ਬਾਦਲ। ਸ਼੍ਰੋਮਣੀ ਕਮੇਟੀ ਜਾਂ ਫਿਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇੱਥੇ ਹੋਣੇ ਚਾਹੀਦੇ ਸੀਗੇ। ਬੇਸ਼ੱਕ ਲੋਕ ਤਾਂ ਦੋਸ਼ ਲਾਉਂਦੇ ਨੇ, ਪਰ ਉਹ ਦਾਅਵਾ ਇਹ ਕਰਦੇ ਨੇ ਵੀ ਕੋਈ ਨਹੀਂ, ਸਾਨੂੰ ਬਾਦਲ ਬੂਦਲ ਚਲਾ ਰਹੇ, ਤੇ ਜਥੇਦਾਰ ਸਾਹਿਬ ਤਾਂ ਇੱਕ ਬਿਆਨ ਹੀ ਦੇ ਦਿੰਦੇ। ਤਾਂ ਭਾਈ ਗੁਰਸੇਵਕ ਸਿੰਘ ਫੌਜੀ ਨੇ ਜਾ ਕੇ ਜਥੇਦਾਰ ਨੂੰ ਬੇਨਤੀ ਲਾਈ ਕਿ ਜਥੇਦਾਰ ਸਾਹਿਬ, ਮੈਂ ਜਦੋਂ ਉੱਥੇ ਜਾਣਾ ਨਾ ਆਪਣੇ ਤਰੀਕ ਭੁਗਤਣ ਕੋਰਟ ਦੇ ਵਿੱਚ, ਉੱਥੇ 100 ਦੇ ਹਿਸਾਬ ਨਾਲ ਪ੍ਰੇਮੀ ਆਉਂਦੇ ਨੇ ਤੇ ਮੇਰੇ ਨਾਲ 2-4 ਸਿੰਘ ਹੀ ਹੁੰਦੇ ਨੇ। ਤਾਂ ਕਿਰਪਾ ਕਰੋ ਵੀ ਤੁਸੀਂ ਆਪਣੇ ਇਲਾਕੇ ਦੇ ਸਿੰਘਾਂ ਦੀ ਡਿਊਟੀ ਲਾਇਆ ਕਰੋ ਕਿ ਉਹ ਸਾਡੇ ਨਾਲ ਜਾਇਆ ਕਰਨ। ਤਾਂ ਜਥੇਦਾਰ ਸਾਹਿਬ ਦੀ ਉਹਨੂੰ ਵਰਡਿੰਗ ਪਤਾ ਕੀ ਸੀ? ਉਹ ਕਹਿੰਦੇ ਤੂੰ ਆ ਗੁਰਸੇਵਕ ਸਿੰਘ ਫੌਜੀ? ਕਹਿੰਦਾ ਹਾਂਜੀ ਮੈਂ ਆ। ਕਹਿੰਦੇ ਤੂੰ ਬੇਅਦਬੀ ਦੇ ਵਿੱਚ ਉਹ ਜਿਹੜਾ ਦੋਸ਼ੀਆਂ ਦੇ ਖਿਲਾਫ ਜਿਹੜਾ ਤੂੰ ਬਣਿਆ ਹੋਇਆ ਗਵਾਹ ਤੂੰ ਆ? ਹਾਂਜੀ ਕਹਿੰਦਾ ਮੈਂ ਆ। ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਦੂਜਾ ਪਿੰਡ ਸੁੱਤਾ ਪਿਆ ਸੀ, ਹੋਰ ਕੋਈ ਬਣ ਜਾਂਦਾ? ਇਹ ਵਰਡਿੰਗ ਸਾਡਾ ਜਥੇਦਾਰ ਸਾਹਿਬ ਜੇਕਰ ਦੇਊਗਾ ਤਾਂ ਕੀ ਅਸੀਂ ਮੰਗ ਰੱਖੀਏ, ਕੀ ਅਸੀਂ ਉਹਨਾਂ ਤੋਂ ਆਸ ਰੱਖੀਏ ਕਿ ਵੀ ਉਹ ਸਾਡੇ ਲਈ ਹਾਂ ਦਾ ਨਾਰਾ ਮਾਰਨਗੇ ਕਿਤੇ? ਬੇਅਦਬੀ ਮਾਮਲੇ ਨੂੰ ਲੈ ਕੇ ਅੱਜ ਫਿਰ ਇੱਕ ਵੱਡਾ ਇਕੱਠ ਰੱਖਿਆ ਗਿਆ ਹੈ, ਔਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ, ਮੈਂਬਰ ਸਾਹਿਬਾਨ ਨੂੰ ਇੱਥੇ ਬੁਲਾਇਆ ਗਿਆ ਤੇ ਉਹਨਾਂ ਦੇ ਸੁਝਾਅ ਲਏ ਜਾ ਰਹੇ ਨੇ ਵੀ ਅੱਗੇ ਮੋਰਚੇ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ। ਤੇ ਬੇਅਦਬੀ ਮਾਮਲੇ ਦੇ ਉੱਤੇ ਤੇ ਜੋ 2 ਸਿੰਘ ਸ਼ਹੀਦ ਕੀਤੇ ਗਏ ਸੀ, ਉਸ ਦੇ ਵਿੱਚ ਇਨਸਾਫ ਮਿਲੇ ਤਾਂ ਮਿਲੇ ਕਿਵੇਂ? ਸੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਗੁਰਮੀਤ ਸਿੰਘ ਬੁਕਣਮਾਜਰਾ ਦੇ ਵੱਲੋਂ ਬੁਕਣਵਾਲ ਦੇ ਵੱਲੋਂ ਵੀ ਇੱਥੇ ਭਾਸ਼ਣ ਦਿੱਤਾ ਗਿਆ, ਲੈਕਚਰ ਦਿੱਤਾ ਗਿਆ, ਆਪਣੇ ਸੁਝਾਅ ਰੱਖੇ ਗਏ। ਉਹ ਕੀ ਸੀ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੀ, ਅੱਜ ਹਰੇਕ ਦਾ ਸੁਝਾਅ ਮੰਗਿਆ ਜਾ ਰਿਹਾ, ਤਾਂ ਤੁਹਾਡੇ ਜਥੇਬੰਦੀ ਵੱਲੋਂ ਕੀ ਜਿਹੜੀ ਰਾਏ, ਕੀ ਵਿਚਾਰ ਰੱਖੇ ਗਏ? ਅੱਜ ਮੇਰੀ ਇੱਥੇ ਮੋਰਚੇ ਵਿੱਚ ਆਉਣ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਜਿਹੜੇ ਸਾਡੇ ਮੁੱਖ ਸੇਵਾਦਾਰ ਨੇ ਜਥੇਬੰਦੀ ਦੇ, ਉਹਨਾਂ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਆਪਾਂ ਮੋਰਚੇ ਦੇ ਵਿੱਚ ਜਿਹੜਾ ਸੁਝਾਅ ਦੇਣਾ
ਕਿਉਂਕਿ ਸਰਕਾਰ ਨਾ ਆਪਦੇ ਟਾਈਮ ਤੋਂ ਪਹਿਲਾਂ ਹੀ ਆਲਰੇਡੀ ਭੱਜ ਚੁੱਕੀ ਆ। 3 ਮਹੀਨੇ ਦਾ ਸਮਾਂ ਲਿਆ ਸਰਕਾਰ, ਉਹ ਤੋਂ ਬਦਲ ਗਈ। ਫਿਰ ਉਸ ਤੋਂ ਬਾਅਦ 15 ਦਿਨ ਦਾ, ਹਫ਼ਤੇ ਦਾ ਸਮਾਂ ਮੰਗਿਆ, 15 ਦਿਨ ਦਾ ਦਿੱਤਾ ਸਰਕਾਰ, ਉਹ ਤੋਂ ਹੀ ਭੱਜ ਗਈ। ਫਿਰ ਕੈਬਨਿਟ ਮਿਨਿਸਟਰ ਆਉਂਦੇ ਆ, ਸਪੀਕਰ ਸਾਹਿਬ ਆਉਂਦੇ, ਹੋਰ ਐਮਐਲਏ ਆਉਂਦੇ ਨੇ ਮੌਜੂਦਾ ਇੱਥੋਂ ਦੇ ਸਿਟਿੰਗ, ਉਹ ਆ ਕੇ 6 ਮਹੀਨੇ ਦਾ ਸਮਾਂ ਮੰਗਦੇ ਨੇ। ਤਾਂ ਉਹ ਆਪਾਂ ਨੂੰ ਪਤਾ ਵੀ ਉਹਨਾਂ ਨੇ ਉਹ ਤੋਂ ਹੀ ਭੱਜ ਜਾਣਾ, ਕਿਉਂਕਿ ਇੱਥੇ ਜੇਕਰ ਅਸੀਂ ਚੂੜੀ ਟਾਈਟ ਕਰਾਂਗੇ ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਲੋਕਾਂ ਦੀਆਂ ਜਦੋਂ ਚੰਗੀਆਂ ਮਾੜੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿ ਤੁਸੀਂ ਇਨਸਾਫ ਨਹੀਂ ਦਿੰਦੇ, ਅਸੀਂ ਖੱਜਲ ਖੁਆਰ ਹੋ ਰਹੇ ਹਾਂ ਸੜਕਾਂ ਤੇ, ਤਾਂ ਫਿਰ ਆ ਕੇ ਸਰਕਾਰ ਇਸ ਮਾਮਲੇ ਵੱਲ ਮਾੜਾ ਜਿਹਾ ਸੰਜੀਦਾ ਧਿਆਨ ਦਿੰਦੀ ਆ। ਅਸੀਂ ਆਪਦੀ ਜਥੇਬੰਦੀ ਵੱਲੋਂ ਇਹ ਸੁਝਾਅ ਰੱਖਿਆ ਸੀਗਾ ਕਿ ਵੀ ਚਲੋ ਠੀਕ ਆ, ਸਾਰੀਆਂ ਜਥੇਬੰਦੀਆਂ ਦੀ ਆਪਦੇ ਸੁਝਾਅ ਨੇ। ਅਸੀਂ ਕਹਿੰਦੇ ਆ ਕਿ ਵੀ ਇੱਥੇ ਖਾਰਾ ਸਾਹਿਬ ਨੇ ਸਾਡੇ ਤੋਂ ਪਹਿਲਾਂ ਬੋਲਦਿਆਂ ਇਹਦੇ ਬਾਰੇ ਨੁਕਤੇ ਦੱਸੇ ਸੀ ਵੀ ਕਿਵੇਂ ਕਿਵੇਂ ਹੋ ਸਕਦਾ, ਕਿਹੜਾ ਆਪਣੀ ਮੰਗ ਆ। ਮੈਂ ਕਿਹਾ ਜੀ ਖਾਰਾ ਸਾਹਿਬ, ਜੇਕਰ ਇੱਥੇ ਮਿਨਿਸਟਰੀ ਆਉਂਦੀ ਆ ਜਾਂ ਏਜੀ ਆਫਿਸ ਦੇ ਬੰਦੇ ਆਉਂਦੇ ਆ, ਉਹਨਾਂ ਨੂੰ ਕਹੋ ਕਿ ਵੀ ਤੁਸੀਂ ਸਮਾਂ ਦੱਸੋ, ਜਿਹੜਾ ਸਮਾਂ ਉਹ ਦੇਣਗੇ ਅਸੀਂ ਆ ਟੈਂਟ ਨਹੀਂ ਪੱਟਣੇ। ਹੁਣ ਪਹਿਲਾਂ ਉਹ ਆ ਕੇ ਉਹ ਟੈਂਟ ਪਟਾ ਜਾਂਦੇ ਰਹੇ ਆ, ਹੁਣ ਇਹ ਟੈਂਟ ਨਿਰੰਤਰ ਇੱਥੇ ਬਣੇ ਰਹਿਣਗੇ। ਜੇ ਉਹ ਸਮੇਂ ਤੋਂ ਭੱਜਦੇ ਨੇ ਤਾਂ ਇਹ ਟੈਂਟ ਅਗਲੇ ਰੋਡ ਤੇ ਵੀ ਚਲੇ ਜਾਣਗੇ। ਅੱਜ 92 ਆ, ਫਿਰ 2ਵੇ ਰੋਡ ਬੰਦ ਹੋ ਜਾਊਗਾ। ਉਸ ਤੋਂ ਬਾਅਦ ਜਦ ਫਿਰ ਸਮਾਂ ਦਿਓ, ਫਿਰ ਉਹ ਭੱਜਦੇ ਨੇ, ਤਾਂ ਮੈਂ ਕਿਹਾ ਵੀ ਦੂਜੀ ਡਿਮਾਂਡ ਆਪਣੀ ਜਿਹੜੀ ਦੂਜਾ ਆਪਣਾ ਐਕਸ਼ਨ ਹੋਣਾ ਚਾਹੀਦਾ, ਉਹ ਇਹ ਹੋਣਾ ਚਾਹੀਦਾ ਵੀ ਮਾਝੇ ਤੇ ਮਾਲਵੇ ਦਾ ਜਿੱਥੇ ਕਨੈਕਸ਼ਨ ਬਣਦਾ ਵਾ ਹੈਡ ਦਰਿਆ, ਉੱਥੇ ਸਾਰੀਆਂ ਜਥੇਬੰਦੀਆਂ ਮੱਝ ਦੀਆਂ ਇਕੱਠੀਆਂ ਹੋ ਕੇ ਉਹਦਾ ਕਨੈਕਸ਼ਨ ਤੋੜਨ ਤੇ ਫਿਰ ਟਾਈਮ ਦਿਓ। ਫਿਰ ਟਾਈਮ ਤੇ ਭੱਜਦੇ ਆ ਤਾਂ ਫਿਰ ਸਾਡਾ ਦੁਆਬੇ ਵਾਲੇ ਪਾਸੇ ਨੂੰ ਰੁਖ ਹੋਣਾ ਚਾਹੀਦਾ। ਇਦਾਂ ਇਸ ਮੋਰਚੇ ਦਾ ਵਿਸਤਾਰ ਪੰਜਾਬ ਦੇ ਵਿੱਚ ਕਰਨਾ ਚਾਹੀਦਾ। ਇਹ ਮੋਰਚੇ ਦੇ ਹੋ ਸਕਦਾ ਹਜੇ ਦੁਆਬੇ ਸਾਈਡ ਜਾਂ ਡੀਪ ਮਾਲਵੇ ਵਾਲੀ ਸਾਈਡ ਲੋਕਾਂ ਨੂੰ ਬਹੁਤਾ ਪਤਾ ਨਾ ਹੋਵੇ। ਮੈਂ ਕਹਿੰਦਾ ਵੀ ਸਾਰੀ ਸੰਗਤ ਨੂੰ ਪਤਾ ਲੱਗਣਾ। ਇਹ ਵੱਡੀਆਂ ਸੜਕਾਂ ਦੇ ਕੰਢਿਆਂ ਦੇ ਉੱਤੇ ਹੋਵੇ ਜਾਂ ਹਾਈਵੇ ਜਾਮ ਕਰਨ ਦੀ ਗੱਲ? ਹਾਈਵੇ ਜਾਮ ਕੀਤੇ ਜਾਣ ਜੀ, ਹਾਈਵੇ ਜਾਮ ਕੀਤੇ ਜਾਣ, ਕਿਉਂਕਿ ਸਰਕਾਰਾਂ ਦੀ ਨਲਾਇਕੀ ਆ। ਸਰਕਾਰ 92 ਵੇਲੇ 24 ਘੰਟੇ ਦਾ ਅਲਟੀਮੇਟਮ ਦਿੱਤਾ ਜਾਂਦਾ ਵੀ 24 ਘੰਟੇ ਦੇ ਵਿੱਚ, ਕੇਜਰੀਵਾਲ ਸਾਹਿਬ ਕਹਿੰਦੇ ਨੇ ਔਨ ਰਿਕਾਰਡ ਤੁਹਾਡੇ ਚੈਨਲਾਂ ਦੇ ਉੱਤੇ ਪਿਆ ਕਿ 24 ਘੰਟੇ, ਕੀ ਅੱਜ ਉਹ 24 ਮਹੀਨਿਆਂ ਬਾਅਦ ਵੀ ਨਹੀਂ? ਅੱਜ ਤੁਸੀਂ ਵੇਖੋ ਕਿੰਨੇ 6 ਮਹੀਨੇ ਹੋ ਗਏ, 6 ਮਹੀਨੇ ਨੂੰ ਬੈਠੇ ਨੂੰ ਹੋ ਗਏ, 6 ਹੋਰ ਮੰਗੀ ਜਾਂਦੇ ਨੇ। ਇਹ ਤਾਂ ਨਾਇਨਸਾਫੀ ਹੈ ਨਾ। ਇਹ ਤਾਂ ਹੋ ਗਿਆ ਵੀ ਇਨਸਾਫ ਦੇਣਾ ਨਹੀਂ। ਇਹ ਜੀ ਉਹਨਾਂ ਨੇ ਚੱਕ ਕੇ ਜਿਹੜਾ ਆਪਣਾ ਡੇਰਾ ਸਰਸਾ ਦਾ ਉਪਾਸ਼ਕ ਲਾਤਾ। ਇਹ ਤਾਂ ਸਾਡੇ ਜ਼ਖਮ ਨੂੰ ਚੇੜਿਆ ਜਾਂਦਾ, ਨਾ ਕਿ ਉਹਦੇ ਤੇ ਮਲਮ ਲਾਉਣ ਦੀ ਗੱਲ ਆ। ਮਲਮ ਲਾਉਣ ਦੀ ਗੱਲ ਅਸੀਂ ਜੋ ਝਾੜੂ ਦੀ ਸਰਕਾਰ ਬਣੀ ਆ, ਇੱਕ ਵਾਰ ਵੀ ਇਹਨਾਂ ਦੇ ਮੂੰਹੋਂ ਨਹੀਂ ਸੁਣੀ ਕਿ ਵੀ ਇਹਨਾਂ ਨੇ ਕਿਤੇ ਮਲਮ ਲਾਈ ਹੋਵੇ। ਦੇਖੋ ਕਿ ਵੀਸੀ ਵਾਲਾ ਮਾਮਲਾ, ਉੱਥੇ ਸਾਰੀਆਂ ਸਰਕਾਰਾਂ ਨੇ ਪੂਰੀ ਇੱਕ ਉਹਨੂੰ ਪੋਲੀਟੀਕਲ ਬਣਾਤਾ। ਉਹਦੇ ਵਿੱਚ ਕੀ, ਉਹਦੇ ਜਾ ਕੇ ਪੈਰੀ ਹੱਥ ਲਾਈ ਜਾਂਦੇ ਨੇ। ਠੀਕ ਆ, ਉਹ ਨਹੀਂ ਹੋਣਾ ਚਾਹੀਦਾ, ਪਰ ਉੱਥੇ ਸਰਕਾਰਾਂ ਦੀ ਜਾਗ ਖੁੱਲ ਜਾਂਦੀ 5 ਮਿੰਟ ਦੇ ਵਿੱਚ। ਇੱਥੇ ਆ ਕੇ ਜਾਗ ਨਹੀਂ ਖੁੱਲਦੀ। ਇੱਥੇ ਸਰਕਾਰਾਂ ਚੁੱਪ ਕਿਉਂ ਨੇ? ਇੱਥੇ ਵਿਰੋਧੀ ਸਰਕਾਰਾਂ ਚੁੱਪ ਕਿਉਂ ਨੇ? ਇੱਥੇ ਅੱਜ ਕਾਂਗਰਸ ਦੇ ਨੁਮਾਇੰਦੇ ਆਏ ਬੈਠੇ ਨੇ। ਕੱਲ ਤੱਕ ਇਹ 5 ਸਾਲ ਸੱਤਾ ਭੋਗ ਕੇ ਗਏ ਨੇ, ਕੱਲ ਤੱਕ ਇਹ ਵੀ ਚੁੱਪ ਸੀਗੇ। ਇਹ ਵੀ ਨਹੀਂ ਹੈਗਾ ਵੀ ਇੱਥੇ ਵੀ ਬਹੁਤ ਸ਼ੁਰੂ ਤੋਂ ਕੰਮ ਕਰਨਾ ਪੈਣਾ। ਕੁਮਰ ਵਿਜੇ ਪ੍ਰਤਾਪ ਜਿਨ੍ਹਾਂ ਨੇ ਵਰਕ ਕੀਤਾ ਹੋਇਆ, ਇਹਨਾਂ ਦੀ ਸਰਕਾਰ ਦੇ ਐਮਐਲਏ, ਉਹਨਾਂ ਦੀ ਰਿਪੋਰਟ ਦੇ ਮੁਤਾਬਕ ਇਹ ਕਾਰਵਾਈ ਕਰ ਦੇਣ, ਜਾਂ ਆਪਣੇ ਐਮਐਲਏ ਤੇ ਹੀ ਭਰੋਸਾ ਨਹੀਂ। ਵੇਖੋ ਉਹਨਾਂ ਦੀ ਰਿਪੋਰਟ ਦਾ ਹਵਾਲਾ ਦੇ ਕੇ ਕੇਜਰੀਵਾਲ ਨੇ 24 ਘੰਟੇ ਚ ਕਿਹਾ ਸੀ ਕਿ ਆ ਕੁਮਰ ਜੀ ਖੜੇ ਨੇ, ਇਹਨਾਂ ਨੇ ਸਭ ਕੁਝ ਕੱਢ ਕੇ ਮੂਹਰੇ ਕਰਤਾ ਵਾ, ਹੁਣ ਸਿਰਫ ਗ੍ਰਿਫਤਾਰ ਕਰਨੇ ਨੇ। ਉਹਨਾਂ ਦਾ ਹਵਾਲਾ ਦਿੱਤਾ ਗਿਆ। ਨੀਅਤ ਦੇ ਵਿੱਚ ਖੋਟ ਵੇਖੋ। ਐਡਾ ਇੰਟੈਲੈਕਚੁਅਲ ਬੰਦਾ ਇਹਨਾਂ ਨੇ ਕੈਬਨਿਟ ਦੇ ਵਿੱਚੋਂ ਵੀ ਪਿੱਛੇ ਕੀਤਾ। ਇਹਦਾ ਮਤਲਬ ਕੀ ਆ ਕਿ ਉਹਦੇ ਹੱਥ ਦੇ ਵਿੱਚ ਪਾਵਰ ਨਾ ਆ ਜੇ ਕਿਤੇ ਉਹ ਸਿੱਖਾਂ ਨੂੰ ਇਨਸਾਫ ਦੇਣ ਚ। ਹਾਲਾਂਕਿ ਉਹ ਇਕੱਲਾ ਇਨਸਾਫ ਨਹੀਂ ਦੇ ਸਕਦਾ, ਉਹ ਕੋਈ ਹੋਮ ਮਿਨਿਸਟਰ ਨਹੀਂਗਾ, ਪਰ ਗੱਲ ਕੀ ਆ ਵੀ ਉਹਨੂੰ ਪਿੱਛੇ ਕਰਨਾ। ਕਿ ਜਿਹੜੇ ਮੰਤਰੀ ਲੈਵਲ ਦੇ ਵਿੱਚ ਬੈਠੇ ਨੇ ਉਹਨਾਂ ਸਾਰਿਆਂ ਨਾਲੋਂ ਵੱਧ ਇੰਟੈਲੈਕਚੁਅਲ ਹੋਊਗਾ। ਈਵਨ ਕਿ ਮੈਨੂੰ ਲੱਗਦਾ ਇਹਨਾਂ ਦੀ ਸਾਰੀ ਕੈਬਨਿਟ ਤੇ ਸਾਰੇ ਐਮਐਲਏਸ਼ਿਪ ਦੇ ਵਿੱਚੋਂ ਇੰਟੈਲੈਕਚੁਅਲ ਹੋਊਗਾ ਉਹ ਬੰਦਾ। ਉਹਨੂੰ ਪਿੱਛੇ ਰੱਖਣਾ ਇਹ ਸ਼ੱਕ ਪੈਦਾ ਕਰਦਾ। ਇਹ ਜੀ ਉਹਨਾਂ ਦਾ ਲਾ ਦੇਣਾ ਇਹ ਸ਼ੱਕ ਪੈਦਾ ਕਰਦਾ। 3 ਮਹੀਨੇ ਤੋਂ ਬਾਅਦ 15 ਦਿਨ ਤੋਂ ਬਾਅਦ ਫਿਰ 6 ਮਹੀਨੇ ਮੰਨ ਲੈਣੇ। ਇਹ ਇਹਨਾਂ ਦੀ ਨੀਅਤ ਤੇ ਸ਼ੱਕ ਪੈਦਾ ਕਰਦਾ ਕਿ ਵੀ ਇਹਨਾਂ ਨੇ ਇਨਸਾਫ ਨਹੀਂ ਦੇਣਾ। ਕਿਉਂਕਿ ਜਦੋਂ ਮੋਰਚਾ ਲੱਗਿਆ ਸੀ, ਬਾਈ ਦੀਪ ਸਿੱਧੂ ਮੋਰਚੇ ਦੇ ਵਿੱਚ ਜਦੋਂ ਪਹਿਲੀ ਵਾਰ ਆਏ, ਇੱਕੋ ਵਾਰ ਹੀ ਆਏ ਉਹ, ਤਾਂ ਇੱਥੇ ਇੱਕ ਰਿਪੋਰਟਰ ਨੇ ਪੁੱਛਿਆ ਉਹਨਾਂ ਨੂੰ, ਪੱਤਰਕਾਰ ਵੀਰ ਨੇ ਪੁੱਛਿਆ ਕਿ ਬਾਈ ਜੀ ਤੁਸੀਂ ਮੋਰਚੇ ਦਾ ਸਮਰਥਨ ਕਰਨ ਆਏ ਹੋ? ਤਾਂ ਉਸ ਦਿਨ ਜਿਹੜੀ ਬਾਈ ਨੇ ਗੱਲ ਕਹੀ ਮੈਨੂੰ ਅੱਜ ਵੀ ਯਾਦ ਆ। ਬਾਈ ਕਹਿੰਦਾ ਸੀ ਵੀ ਨਹੀਂ, ਇਹ ਕਾਤਲ ਨੇ ਸਾਡੇ, ਇਹਨਾਂ ਨੇ ਕਦੇ ਇਨਸਾਫ ਨਹੀਂ ਦੇਣਾ। ਇਹ ਬਾਈ ਦੇ ਸ਼ਬਦ ਸੀਗੇ, ਇਹ ਕਾਤਲ ਨੇ ਸਾਡੇ, ਇਹਨਾਂ ਨੇ ਕਦੇ ਇਨਸਾਫ ਨਹੀਂ ਦੇਣਾ ਤੇ ਕਾਤਲਾਂ ਤੋਂ ਇਨਸਾਫ ਮੰਗਣਾ ਨਹੀਂ ਚਾਹੀਦਾ। ਸਾਨੂੰ ਖਾਲਸਾਈ ਰਵਾਇਤਾਂ ਮੁਤਾਬਕ ਆਪਦਾ ਅੱਗਾ ਆਪ ਸਵਾਰਨਾ ਪੈਣਾ। ਇਹ ਬਾਈ ਦੇ ਬੋਲ ਸੀਗੇ। ਮਤਲਬ ਕਿ ਜਿਹੜੇ ਆ ਅਸੀਂ ਮੋਰਚੇ ਲਾ ਰਹੇ ਆ, ਸਾਨੂੰ ਤਾਂ ਕਲੀਅਰ ਕਰ ਰਹੀਆਂ ਸਰਕਾਰਾਂ। 2 ਸਰਕਾਰਾਂ ਦੇ 3 ਮੁੱਖ ਮੰਤਰੀ ਇੱਕ ਖੂਹ 'ਚ ਡਿੱਗ ਚੁੱਕੇ ਆ। ਇਹ ਗੱਲ ਝਾੜੂ ਵਾਲੇ 92 ਦੇ 92 ਜਾਣਦੇ ਆ, ਕੇਜਰੀਵਾਲ ਜਾਣਦਾ, ਦਿੱਲੀ ਸਾਰੀ ਜਾਣਦੀ ਆ ਕਿ ਵੀ ਅਸੀਂ ਡਿੱਗ ਸਕਦੇ ਆ, ਪਰ ਉਹ ਫੇਰ ਵੀ ਡਿੱਗਣ ਨੂੰ ਤਿਆਰ ਬੈਠੇ ਆ। ਪਰ ਕਹਿੰਦੇ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ। ਬਾਈ ਇੱਕ ਗੱਲ ਦੇਖੀ, ਆਪਾਂ 70 ਸਾਲਾਂ ਤੋਂ ਆਪਾਂ ਕਹਿੰਦੇ ਲੁੱਟ ਹੁੰਦੇ ਆ ਰਹੇ ਆ। ਕਦੇ ਆਮ ਉਹ ਅਕਾਲੀ ਆ ਗਏ, ਕਦੇ ਕਾਂਗਰਸੀ ਆ ਗਏ। ਉਹਨਾਂ ਨੇ ਕੁਰਸੀਆਂ ਦਾ ਸਵਾਦ ਪੈ ਗਿਆ। ਜਦੋਂ ਕੁਰਸੀ ਦਾ ਸਵਾਦ ਪੈ ਜੇ ਤਾਂ ਰੱਬ ਭੁੱਲ ਜਾਂਦਾ। ਇਹ ਤਾਂ ਪਹਿਲੀ ਵਾਰ ਵਾਲੇ ਆ, ਇਹਨਾਂ ਨੂੰ ਰੱਬ ਕਿਵੇਂ ਭੁੱਲ ਗਿਆ ਫਿਰ? ਦੇਖੋ ਗੱਲ ਪਹਿਲੀ ਜਾਂ ਲਾਸਟ ਵਾਲੀ ਨਹੀਂ ਹੁੰਦੀ ਬਾਈ, ਇਹ ਗੱਲ ਨੂੰ ਸਮਝ ਕੇ ਗੱਲ ਹੁੰਦੀ ਆ। ਆਰਟੀਕਲ ਕਿੱਥੋਂ ਚੱਲਦਾ, ਨੈਰੇਟਿਵ ਕਿੱਥੋਂ ਚੱਲਦਾ? ਇਹ ਦਿੱਲੀ ਤੋਂ ਚੱਲਦਾ। ਦਿੱਲੀ ਲਈ ਇਹ ਨਵੇਂ ਪੁਰਾਣੇ ਹੋ ਸਕਦੇ ਆ,
ਪਰ ਦਿੱਲੀ ਦਾ ਜਿਹੜਾ ਸਿਧਾਂਤ ਆ ਉਹ ਤਾਂ ਉਹੀ ਆ ਨਾ 75 ਸਾਲ ਤੋਂ ਸਾਡੇ ਲਈ, ਉਹਦੇ ਤੋਂ ਇਹਨਾਂ ਨੇ ਬਾਗੀ ਨਹੀਂ ਹੋਣਾ। 92 ਚੋਂ ਇੱਕ ਵੀ ਨਹੀਂ। ਵੇਖੋ ਅੱਜ ਦੀ ਘੜੀ ਜੇ 92 ਚੋਂ ਇੱਕ ਬੋਲਦਾ ਤੇ ਉਹਦੀ ਬਲੀ ਦੇ ਦਿੱਤੀ ਜਾਊਗੀ। ਇਹ ਤਾਂ ਜਿਵੇਂ ਇੱਥੇ ਇੱਕ ਸਰਦਾਰ ਨਰੈਣ ਸਿੰਘ ਚੌੜਾ ਜੀ ਹੁਣਾਂ ਨੇ ਸ਼ਾਇਦ ਸੁਝਾਅ ਦਿੱਤਾ ਸੀ, ਮੈਂ ਉਹ ਸੁਝਾਅ ਨਾਲ ਐਗਰੀ ਕਰਦਾ। ਉਹ ਕਹਿੰਦੇ ਸੀ ਵੀ ਇਹਨਾਂ ਸਾਰਿਆਂ ਨੂੰ ਚਿੱਠੀਆਂ ਲਿਖ ਕੇ ਭੇਜੋ, 92 ਦੀਆਂ 92, ਇੱਕ ਨੂੰ ਛੱਡ ਕੇ 91 ਨੂੰ ਲਿਖੋ ਕਿ ਵੀ ਤੁਸੀਂ ਦੱਸੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਦਾ ਗੁਰੂ ਮੰਨਦੇ ਆ। ਜੇ ਮੰਨਦੇ ਆ ਥੋੜੀ ਜ਼ਮੀਰ ਜਾਗਦੀ ਆ, ਜੇ ਜਾਗਦੀ ਆ ਤਾਂ ਫਿਰ ਤੁਸੀਂ ਇਸ ਗੱਲ ਦੇ ਉੱਤੇ ਸਰਕਾਰ ਨੂੰ ਆਪਦੀ ਨੂੰ ਸਵਾਲ ਕਰੋ, ਤੇ ਨਹੀਂ ਤੇ ਉਹਦੇ ਖਿਲਾਫ ਖੜੋ। ਜੇ ਕੱਲਾ ਭਗਵੰਤ ਮਾਨ ਜੇ ਉਹਦੇ ਨਾਲ 10 ਬੰਦੇ ਪਿੱਛੇ ਵੀ ਖੜਦੇ ਨੇ ਤਾਂ ਗੱਲ ਨਾਟਾ ਤੇ ਖੜੀ ਆ। 69 ਬੰਦੇ ਇਕੱਠੇ ਹੋ ਕੇ ਸਰਕਾਰ ਡੇਗ ਸਕਦੇ ਨੇ, ਕੀ ਉਹਨਾਂ ਦੀ ਜ਼ਮੀਰ ਇੰਨਾ ਵੀ ਹਲੂੜਾ ਨਹੀਂ ਦਿੰਦੀ ਕਿ ਵੀ ਉਹ 69 ਜਾਣੇ ਇੱਕ ਤਾਂ ਹੋ ਜਾਣ? ਇੰਨੀ ਮੱਤ ਵੀ ਇਕੱਠੀ ਨਹੀਂ ਹੋ ਸਕਦੀ ਸਾਡੀ। ਅਸੀਂ ਗੁਰੂ ਲਈ ਇਕੱਠੇ ਹੋਣਾ, ਅਸੀਂ ਕਿਸੇ ਬੰਦੇ ਲਈ ਜਾਂ ਨਿੱਜ ਲਈ ਥੋੜੀ ਇਕੱਠੇ ਹੋਣਾ। ਤੇ ਜੇ ਗੁਰੂ ਲਈ ਅਸੀਂ ਨਹੀਂ ਕੁਝ ਕਰ ਸਕਦੇ ਤਾਂ ਫਿਰ ਮੈਨੂੰ ਲੱਗਦਾ ਤੁਸੀਂ ਆਪਦੇ ਬੱਚੇ ਪਾਲਣ ਹੀ ਆਏ ਆ, ਜਿਵੇਂ ਪਹਿਲਾਂ 75 ਸਾਲ ਪਾਲਦੇ ਰਹੇ ਨੇ। ਉਹਦਾ ਸਾਥ ਬੇਅਦਬੀ ਮਾਮਲੇ ਨੂੰ ਤਾਂ ਆਪਾਂ ਕਹਿੰਦੇ ਵੀ ਦਿੱਲੀ ਕਰਕੇ ਇਨਸਾਫ ਨਹੀਂ ਮਿਲ ਰਿਹਾ, ਪਰ ਜਿਹੜੇ 2 ਸਿੰਘ ਸ਼ਹੀਦ ਕੀਤੇ ਉਹ ਤਾਂ ਪੰਜਾਬ ਦੇ ਆਫੀਸਰ ਨੇ ਮਾਰੀਆਂ ਗੋਲੀਆਂ, ਉਹਨਾਂ ਨੂੰ ਵੀ ਨਹੀਂ, ਉੱਥੇ ਵੀ ਨਹੀਂ ਇਨਸਾਫ। ਵੇਖੋ ਕਿੱਡੀ ਕਮਾਲ ਦੀ ਗੱਲ ਆ ਕਿ ਵੀ ਪੁਲਿਸ ਵੀ ਅਣਪਛਾਤੀ ਹੋ ਜਾਂਦੀ ਆ। ਅਸੀਂ ਉਹ ਬਰਗਾੜੀ 'ਚ ਸਿੱਖਿਆ, ਅਸੀਂ ਕੋਟਕਪੂਰੇ 'ਚ ਸਿੱਖਿਆ ਵੀ ਜਿਹੜੀ ਇੱਕ ਪੰਜਾਬ ਪੁਲਿਸ ਆ ਜਿਹਦੇ ਬਕਾਇਦਾ ਬੈਲਟ ਪੇਟੀ ਸਭ ਕੁਝ ਮਿਲਦਾ ਉਹਨੂੰ ਅਣਪਛਾਤੀ ਦੇ ਦਿੱਤਾ ਕਿ ਵੀ ਅਣਪਛਾਤੀ ਪੁਲਿਸ ਨੇ ਗੋਲੀ ਚਲਾਈ। ਸਭ ਕਲੀਅਰ ਹੋ ਚੁੱਕਿਆ ਵਾ। ਕਿੱਥੋਂ ਮਿਨਿਸਟਰੀ ਤੋਂ ਬਿਨਾ, ਹੋਮ ਮਿਨਿਸਟਰ ਤੋਂ ਬਿਨਾ ਦੱਸੋ ਮੈਨੂੰ ਡੀਜੀਪੀ ਆਪਦੀ ਮਰਜ਼ੀ ਕਰ ਸਕਦਾ? ਆਪਾਂ ਸਭ ਸਿਆਣੇ ਆ, ਸਭ ਇੰਨੇ ਕੁ ਜਾਣਦੇ ਆ ਕਿ ਵੀ ਡੀਜੀਪੀ ਆਪਦੀ ਮਰਜ਼ੀ ਨਾਲ ਗੋਲੀ ਨਹੀਂ ਚਲਾ ਸਕਦਾ ਹੁੰਦਾ। ਉਹਨੂੰ ਹੋਮ ਮਿਨਿਸਟਰੀ ਤੋਂ ਉੱਤੋਂ ਆਰਡਰ ਆਉਣਾ, ਤੇ ਹੋਮ ਮਿਨਿਸਟਰ ਕੌਣ ਉਸ ਵੇਲੇ ਦਾ? ਸੁਖਬੀਰ ਸਿੰਘ ਬਾਦਲ। ਹੁਣ ਇੱਥੇ ਆ ਕੇ ਇਹ ਕੜੀ ਘੋਲੀ ਜਾਂਦੇ ਨੇ। 5 ਸਾਲ ਕੈਪਟਨ ਨੇ ਘੋਲੀ, 6 ਮਹੀਨੇ ਇਹਨਾਂ ਨੂੰ ਹੋ ਗਏ ਤੇ ਗਾਂ 4.5 ਸਾਲ ਵੀ ਇਹਨਾਂ ਨੇ ਇਦਾਂ ਕੱਢ ਦੇਣੇ ਨੇ, ਪਰ ਇਹਨਾਂ ਨੇ ਉਹ ਕੜੀ ਤੋਂ ਗਾਂ ਵਧਣਾ ਨਹੀਂ। ਹਾਲਾਂਕਿ ਇਹ ਜਦੋਂ 3 ਮਹੀਨੇ ਦਾ ਸਮਾਂ ਲੈ ਕੇ ਗਏ ਸੀ, ਇਹ ਸਾਨੂੰ ਕਹਿ ਕੇ ਗਏ ਸੀ ਥੱਲੇ ਸੰਤਰੀ ਤੋਂ ਲੈ ਕੇ ਮੰਤਰੀ। ਅਸੀਂ ਨਹੀਂ ਕਹਿੰਦੇ ਸੁਖਬੀਰ ਬਾਦਲ ਦੋਸ਼ੀ ਹੈ ਜਾਂ ਨਹੀਂ, ਪਰ ਤੁਸੀਂ ਕਲੀਅਰ ਕਰਕੇ ਦਿਓ। ਸੰਗਤ ਨੂੰ ਤਾਂ ਪਤਾ ਵਾ ਸਾਰਾ, ਸੰਗਤ ਨੂੰ ਪਤਾ ਸਾਰਾ। ਇਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੀ ਤੁਸੀਂ ਮੀਡੀਆ ਦੇ ਵਿੱਚ ਨਾ ਕਹੋ ਦੋਸ਼ੀ ਨੇ। ਮੈਂ ਕਿਹਾ ਬਾਈ ਜੀ ਇੰਨਾ ਕੋਈ ਵੀ ਕਵਲਾ ਨਹੀਂ ਹੁੰਦਾ, ਇੰਨਾ ਕੋਈ ਵੀ ਪਾਗਲ ਨਹੀਂ ਹੁੰਦਾ ਜਿਹਨੂੰ ਪਤਾ ਨਾ ਹੋਵੇ ਵੀ ਕਿੱਥੋਂ ਹੁਕਮ ਹੋਏ ਕਿੱਥੋਂ ਨਹੀਂ ਹੋਏ। ਆਰਟੀਕਲ ਇਹ ਸਟੇਟ ਸਾਡੇ ਗੁਰੂ ਦੇ ਲਈ ਜਿਹੜਾ ਨੈਰੇਟਿਵ ਸਿਰਜ ਰਹੀ ਆ, ਸਾਡੀ ਗੁਰੂ ਦੀ ਬੇਅਦਬੀਆਂ ਕਰਕੇ ਸਾਡਾ ਅਕੀਦਾ ਉੱਥੋਂ ਤੋੜਨਾ ਚਾਹੁੰਦੀ ਆ। ਉਹਦੇ ਪਿਆਦੇ ਬਣੇ ਨੇ ਇਹ ਪੰਜਾਬ ਦੇ ਜਿਹੜੇ ਤਖਤ ਤੇ ਬੈਠੇ ਨੇ, ਉਹ ਸਾਰੇ ਉਹਦੇ ਸਟੇਟ ਦੇ ਪਿਆਦੇ ਬਣ ਕੇ ਚੱਲਦੇ ਨੇ। ਚਾਹੇ ਉਹ ਕੱਲ ਤੱਕ ਕੈਪਟਨ ਬਣਿਆ ਸੀ, ਚਾਹੇ ਪਹਿਲਾਂ ਬਾਦਲ ਕੇ ਸੀ, ਚਾਹੇ ਅੱਜ ਝਾੜੂ ਵਾਲੀ ਪਾਰਟੀ ਆ, ਇਹ ਸਾਰੇ ਸਟੇਟ ਦੇ ਪਿਆਦੇ ਬਣੇ ਹੋਏ ਨੇ। ਇਹ ਸਟੇਟ ਦੇ ਕੋਲੋਂ ਸਾਨੂੰ ਆਪਦੇ ਜਿਹੜੇ ਆਪਾਂ ਕਹਿ ਲੈਂਦੇ ਆ ਵੀ ਸਿਧਾਂਤ ਆ, ਉਹਨਾਂ ਮੁਤਾਬਕ ਤਾਂ ਇਨਸਾਫ ਮਿਲ ਸਕਦਾ। ਉਂਝ ਮੈਨੂੰ ਕੋਈ ਆਸ ਦੀ ਕਿਰਨ ਇਹਨਾਂ ਤੋਂ ਦਿਸਦੀ ਨਹੀਂ। ਸ਼੍ਰੋਮਣੀ ਕਮੇਟੀ ਜਾਂ ਫਿਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਇੱਥੇ ਹੋਣੇ ਚਾਹੀਦੇ ਸੀਗੇ। ਬੇਸ਼ੱਕ ਲੋਕ ਤਾਂ ਦੋਸ਼ ਲਾਉਂਦੇ ਨੇ, ਪਰ ਉਹ ਦਾਵਾ ਇਹ ਕਰਦੇ ਨੇ ਵੀ ਕੋਈ ਨਹੀਂ ਸਾਨੂੰ ਬਾਦਲ ਬੂਦਲ ਚਲਾ ਰਹੇ, ਤੇ ਜਥੇਦਾਰ ਸਾਹਿਬ ਤਾਂ ਇੱਕ ਬਿਆਨ ਹੀ ਦੇ ਦਿੰਦੇ। ਜਥੇਦਾਰ ਸਾਹਿਬ ਨੇ ਇੱਕ, ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸ ਦਿੰਨਾ, ਸਾਡੇ ਮੱਲਕੇ ਪਿੰਡ ਦੇ ਵਿੱਚ ਬੇਅਦਬੀ ਹੁੰਦੀ ਆ। ਇਸ ਬੇਅਦਬੀ ਤੋਂ ਬਾਅਦ ਇਹੀ ਜਥੇਦਾਰ ਸਾਡੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ, ਇਹ ਉਸ ਟਾਈਮ ਤੇ ਕੁਰਸੀ ਤੇ ਬੈਠੇ ਨੇ ਜਥੇਦਾਰੀ ਵਾਲੀ ਤੇ। ਇੱਥੇ ਭਾਈ ਗੁਰਸੇਵਕ ਸਿੰਘ ਫੌਜੀ ਜਿਹੜੇ ਮੌਕੇ ਦੇ ਗਵਾਹ ਨੇ, ਉਹਨਾਂ ਦੇ ਨਾਲ ਬਹੁਤ ਘੱਟ ਸੰਗਤ ਜਾਂਦੀ, ਤੇ ਜਦੋਂ ਸਰਸੇ ਵਾਲੇ ਜਾਂਦੇ ਨੇ ਤਰੀਕ ਤੇ ਉਹਨਾਂ ਦੇ ਨਾਲ ਬਹੁਤ ਸੰਗਤ, ਉਹ ਮੁੱਖ ਗਵਾਹ ਸੀ ਸਾਡੇ ਭਾਈ ਗੁਰਸੇਵਕ ਸਿੰਘ ਫੌਜੀ। ਤਾਂ ਭਾਈ ਗੁਰਸੇਵਕ ਸਿੰਘ ਫੌਜੀ ਨੇ ਜਾ ਕੇ ਜਥੇਦਾਰ ਨੂੰ ਬੇਨਤੀ ਲਾਈ ਕਿ ਜਥੇਦਾਰ ਸਾਹਿਬ, ਮੈਂ ਜਦੋਂ ਉੱਥੇ ਜਾਣਾ ਨਾ ਆਪਣੇ ਤਰੀਕ ਭੁਗਤਣ ਕੋਰਟ ਦੇ ਵਿੱਚ, ਉੱਥੇ 100 ਦੇ ਹਿਸਾਬ ਨਾਲ ਪ੍ਰੇਮੀ ਆਉਂਦੇ ਨੇ ਤੇ ਮੇਰੇ ਨਾਲ 2-4 ਸਿੰਘ ਹੀ ਹੁੰਦੇ ਨੇ, ਤਾਂ ਕਿਰਪਾ ਕਰੋ ਵੀ ਤੁਸੀਂ ਆਪਣੇ ਇਲਾਕੇ ਦੇ ਸਿੰਘਾਂ ਦੀ ਡਿਊਟੀ ਲਾਇਆ ਕਰੋ ਕਿ ਉਹ ਸਾਡੇ ਨਾਲ ਜਾਇਆ ਕਰਨ। ਤਾਂ ਜਥੇਦਾਰ ਸਾਹਿਬ ਦੀ ਉਹਨੂੰ ਵਰਡਿੰਗ ਪਤਾ ਕੀ ਸੀ? ਉਹ ਕਹਿੰਦੇ ਤੂੰ ਆ ਗੁਰਸੇਵਕ ਸਿੰਘ ਫੌਜੀ? ਕਹਿੰਦਾ ਹਾਂਜੀ ਮੈਂ ਆ। ਕਹਿੰਦੇ ਤੂੰ ਬੇਅਦਬੀ ਦੇ ਵਿੱਚ ਉਹ ਜਿਹੜਾ ਦੋਸ਼ੀਆਂ ਦੇ ਖਿਲਾਫ ਜਿਹੜਾ ਤੂੰ ਬਣਿਆ ਹੋਇਆ ਗਵਾਹ ਤੂੰ ਆ? ਹਾਂਜੀ ਕਹਿੰਦਾ ਮੈਂ ਆ। ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਦੂਜਾ ਪਿੰਡ ਸੁੱਤਾ ਪਿਆ ਸੀ, ਹੋਰ ਕੋਈ ਬਣ ਜਾਂਦਾ? ਇਹ ਵਰਡਿੰਗ ਸਾਡਾ ਜਥੇਦਾਰ ਸਾਹਿਬ ਜੇਕਰ ਦੇਊਗਾ ਤਾਂ ਕੀ ਅਸੀਂ ਮੰਗ ਰੱਖੀਏ, ਕੀ ਅਸੀਂ ਉਹਨਾਂ ਤੋਂ ਆਸ ਰੱਖੀਏ ਕਿ ਵੀ ਉਹ ਸਾਡੇ ਲਈ ਹਾਂ ਦਾ ਨਾਰਾ ਮਾਰਨਗੇ? ਕਿਤੇ 328 ਸਰੂਪ ਉਹਨਾਂ ਦੇ ਨੱਕ ਥੱਲੇ ਚੋਰੀ ਹੋ ਜਾਂਦੇ ਨੇ। ਜਥੇਦਾਰ ਸਾਹਿਬ ਦੇ ਕਿੰਨੇ ਬਿਆਨ ਆਏ ਨੇ। ਸ਼੍ਰੋਮਣੀ ਕਮੇਟੀ ਜਿਹਦੀ ਆਪਾਂ ਗੱਲ ਕਰਦੇ, ਉਹਨੇ ਛਾਪ ਕੇ ਭੇਜ ਦਿੱਤੇ ਸਾਡੇ ਗੁਰੂ ਦੇ ਵਿੱਚ ਜਿਹੜਾ ਰਲਗੱਡ ਕਰਨ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਗੁਰਬਾਣੀ 'ਚ ਰਲਗੱਡ ਕਰਨ ਵਾਸਤੇ। ਉਹਨਾਂ ਤੋਂ ਕੀ ਆਸ ਰੱਖੀਏ? ਉਹ ਸਾਰੇ ਦੇ ਸਾਰੇ ਸਟੇਟ ਦੇ ਟੂਲ ਬਣੇ ਹੋਏ ਨੇ ਬਾਈ ਜੀ। ਇਹ ਕਹਿ ਰਹੇ ਆ ਵੀ ਇਹਨਾਂ ਨੇ ਅੜਚਣਾ ਹੀ ਬਾਦਲਾਂ ਨੇ ਜਾਂ ਕਾਂਗਰਸੀ ਨੇ ਇਸ ਬੇਅਦਬੀ ਦੇ ਮਾਮਲੇ ਨੂੰ ਕਮਜ਼ੋਰ ਕਰਨ ਲਈ ਇੰਨੀਆਂ ਪੈਦਾ ਕੀਤੀਆਂ ਹੋਈਆਂ। ਅਦਾਲਤਾਂ ਦੇ ਵਿੱਚ ਅਜਿਹੇ ਕਾਗਜ਼ ਤਿਆਰ ਕੀਤੇ ਗਏ ਵੀ ਉਹਨਾਂ ਲਈ ਸਮਾਂ ਲੱਗ ਰਿਹਾ, ਇਸ ਕਰਕੇ ਸਾਨੂੰ ਸਮਾਂ ਦੇ ਦਿਓ। ਵੇਖੋ ਇਹਨਾਂ ਨੇ ਸਾਡੇ ਕੋਲ ਜਿਹੜਾ 3 ਮਹੀਨੇ ਦਾ ਸਮਾਂ ਲਿਆ ਸੀ, ਉਹ ਇਸੇ ਗੱਲ ਨੂੰ ਹੀ ਮੁੱਖ ਬਣਾ ਕੇ ਲਿਆ ਸੀ ਕਿ ਵੀ ਆ ਜਿਹੜੇ ਕੇਸ ਨੇ, ਉੱਥੇ ਜੱਜ ਜਦੋਂ ਤਰੀਕ ਪਾਉਂਦਾ ਵਾ ਉਹ 3 ਮਹੀਨੇ ਦੀ ਪਾ ਦਿੰਦਾ, 2 ਮਹੀਨੇ ਦੀ ਪਾ ਦਿੰਦਾ, ਵੀ ਅਸੀਂ ਉੱਥੇ ਰਿਕੁਐਸਟ ਕਰਕੇ ਮਹੀਨੇ ਦੀਆਂ ਤਰੀਕਾਂ ਪਵਾ ਕੇ ਸਾਰੇ ਜਿਹੜੇ ਕੇਸ ਲੱਗੇ ਹੋਏ ਨੇ ਇਹਨਾਂ ਦੇ ਵੀ ਅੱਗੇ ਜਾਂਚ ਨਾ ਚੱਲੇ, ਉਹਨਾਂ ਨੂੰ ਪਹਿਲਾਂ ਡਿਡੈਕਟ ਕਰਾਈਏ। ਤਾਂ ਉਹ ਸਮਾਂ ਲੰਘ ਗਿਆ। ਉਹ ਸਮਾਂ ਲੰਘਣ ਤੋਂ ਬਾਅਦ ਹਰ ਵਾਰ ਨਵੀਂ ਗੱਲ,
ਨਵਾਂ ਮਤਾ ਲਿਆ ਕੇ ਸਾਡੇ ਮੂਹਰੇ ਰੱਖਿਆ ਜਾਂਦਾ, ਜਦ ਕਿ ਅਸੀਂ ਕਹਿੰਦੇ ਆ ਕਿ ਵੀ ਜਿਹੜਾ ਚਲਾਨ ਪੇਸ਼ ਹੋਣ ਵਾਲਾ ਰਹਿੰਦਾ ਕੋਟਕਪੂਰੇ ਦਾ, ਉਹ ਚਲਾਨ ਪੇਸ਼ ਕਰੋ। ਅਸੀਂ ਕਦੋਂ ਕਹਿੰਦੇ ਤੁਸੀਂ ਦੋਸ਼ੀਆਂ ਨੂੰ ਫਾਹੇ ਲਾ ਦਿਓ, ਅਸੀਂ ਕਹਿੰਦੇ ਦੋਸ਼ੀਆਂ ਨੂੰ ਲੋਕਾਂ ਦੇ ਮੂਹਰੇ ਉਜਾਗਰ ਕਰ ਦਿਓ ਕਿ ਵੀ ਆਹ ਦੋਸ਼ੀ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਆਹ ਦੋਸ਼ੀ ਜਿਨ੍ਹਾਂ ਨੇ ਕਰਾਈ, ਤੇ ਆਹ ਦੋਸ਼ੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਚਾਇਆ। ਗੱਲ ਖਤਮ। ਅਸੀਂ ਗਾਂ ਕੋਰਟ ਦਾ ਕੰਮ ਰਹਿ ਜਾਂਦਾ, ਤੇ ਜਿਹੜਾ ਕੋਰਟ ਆ ਇਹ ਇਹਨਾਂ ਨੇ 40 ਸਾਲਾਂ ਦੇ ਵਿੱਚ ਸਾਡਾ 84 ਵਾਲਾ ਇਨਸਾਫ ਨਹੀਂ ਦਿੱਤਾ, 78 ਵਾਲੇ ਇਨਸਾਫ ਨਹੀਂ ਦਿੱਤੇ, ਉਹ ਇਨਸਾਫ ਦੀ ਤਾਂ ਅਸੀਂ ਇਹਨਾਂ ਤੋਂ ਮੰਗ ਹੀ ਨਹੀਂ ਕਰਦੇ ਕਿ ਨਾ ਇਹਨਾਂ ਨੇ ਮਿਲਣਾ। ਇੰਡੀਆ ਦੇ ਝੰਡੇ ਥੱਲੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ, ਦੂਰੇ ਦਰਜੇ ਤੇ ਤਾਂ ਸ਼ਹਿਰੀ ਬਣਾਇਆ ਜਾ ਰਿਹਾ ਸਾਨੂੰ। ਇੱਥੇ ਸਾਨੂੰ ਇਨਸਾਫ ਦੀ ਮੰਗ ਕੋਈ ਹੈ ਨਹੀਂ ਗੀ ਵੀ ਆਸ, ਪਰ ਅਸੀਂ ਚਾਹੁੰਦੇ ਆ ਕਿ ਸਾਡੇ ਸਿੱਖਾਂ ਨੂੰ ਘੱਟੋ ਘੱਟ ਆਪਦੇ ਤੇ ਬੇਗਾਨਿਆਂ ਦੀ ਪਹਿਚਾਣ ਹੋ ਜੇ ਵੀ ਇੱਥੇ ਤੁਹਾਡਾ ਆਪਣਾ ਕੌਣ ਆ, ਤੁਹਾਨੂੰ ਮਾਰਨ ਵਾਲਾ ਕੌਣ ਆ। ਬਿਲਕੁਲ। ਸੋ ਇਹ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਗੁਰਮੀਤ ਸਿੰਘ ਬੁੱਕਲਵਾਲ, ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਵੀ ਇਨਸਾਫ ਹੁਣ ਸਿੱਖ ਰਵਾਇਤਾਂ ਦੇ ਅਨੁਸਾਰ ਲੈਣਾ ਪਊਗਾ, ਕਿਉਂਕਿ ਹਰ ਇੱਕ ਸਿੱਖ ਇਹੀ ਕਹਿ ਰਿਹਾ ਹੈ, ਦੁਖੀ ਹੈ ਇਸ ਕਰਕੇ ਵੀ ਜਿਹੜੀ ਵੀ ਸਰਕਾਰ ਆਈ ਉਹਨੇ ਵਾਅਦੇ ਕੀਤੇ, ਦਾਅਵੇ ਕੀਤੇ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਖੜਾਂਗੇ, ਔਰ 24 ਘੰਟਿਆਂ 'ਚ ਇਨਸਾਫ ਦੀ ਗੱਲ ਕਹੀ ਗਈ, ਹੁਣ ਤੱਕ ਨਹੀਂ ਮਿਲਿਆ। ਤਾਂ ਹਰ ਕੋਈ ਇਹੀ ਕਹਿ ਰਿਹਾ ਵੀ ਜੇ ਨਹੀਂ ਦੇਣਾ ਤਾਂ ਫਿਰ ਇਨਸਾਫ ਸਿੱਖ ਰਵਾਇਤਾਂ ਦੇ ਅਨੁਸਾਰ ਲਵਾਂਗੇ। ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।